ਨਾਨਕ ਸਿੰਘ ਦਾ ਨਾਵਲ ਮੰਝਧਾਰ ਦਾ 8ਵਾਂ ਅੰਗ। ਇੱਕ ਵਾਰੀ, ਦੋ ਵਾਰੀ, 3 ਵਾਰੀ ਉਹਨੇ ਘੰਟੀ ਦਾ ਸਵਿੱਚ ਦਬਾਇਆ, ਪਰ ਅੰਦਰੋਂ ਕੋਈ ਜਵਾਬ ਨਾ ਮਿਲਿਆ। ਹਨੇਰੀ ਰਾਤ ਸੀ। ਸੜਕਾਂ ਦੀਆਂ ਲਾਲਟਨਾਂ ਘੱਟੇ ਮਿੱਟੀ ਦੇ ਕਾਰਨ ਧੁੰਦਲੀਆਂ ਸਨ। ਝੱਖੜ ਦੀ ਡਰਾਉਣੀ ਤੇ ਬੇਰਸਟੀ ਆਵਾਜ਼ ਤੋਂ ਬਿਨਾਂ ਕੁਝ ਵੀ ਸੁਣਾਈ ਨਹੀਂ ਸੀ ਦੇ ਰਿਹਾ। ਵਕਤ 11, 11:30 ਦਾ ਹੋਏਗਾ। 3 ਵਾਰੀ ਕਾਲ ਬੈਲ ਖੜਕਾਉਣ ਤੋਂ ਬਾਅਦ ਵੀ ਜਦ ਉਹਨੂੰ ਬੂਹਾ ਖੁੱਲ੍ਹਣ ਦਾ ਕੋਈ ਲੱਛਣ ਨਜ਼ਰ ਨਾ ਆਇਆ, ਉਹਨੇ ਉਡੀਕਣ ਲਈ ਕਾਹਲੇ ਕਾਹਲੇ ਕਦਮੀ ਇੱਧਰ ਉੱਧਰ ਟਹਿਲਣਾ ਸ਼ੁਰੂ ਕਰ ਦਿੱਤਾ। ਫਿਰ ਆ ਕੇ ਉਹਨੇ ਕੰਨ ਬੂਹੇ ਨਾਲ ਲਾ ਲਏ। 1 ਅੱਧ ਮਿੰਟ ਜਦ ਹੋਰ ਲੰਘ ਗਿਆ, ਉਹਨੇ ਖਿਸਿਆਈ ਜੀ, ਪਹਿਲਾਂ ਹੌਲੀ ਜਿਹੀ, ਫਿਰ ਉਚੇਰੀ, ਫਿਰ ਉਦੋਂ ਵੀ ਉੱਚੀ ਆਵਾਜ਼ 'ਚ ਪੁਕਾਰਿਆ, ਡਾਕਟਰ ਜੀ, ਡਾਕਟਰ ਜੀ, ਡਾਕਟਰ ਜੀ। ਜਿਉਂ-ਜਿਉਂ ਘੜੀਆਂ ਪਲ ਬੀਤਦੇ ਜਾਂਦੇ, ਉਹਦਾ ਸਬਰ ਬੇਕਾਬੂ ਹੁੰਦਾ ਜਾ ਰਿਹਾ ਸੀ। ਉਹਦਾ ਦਿਲ ਚਾਹਿਆ ਜ਼ੋਰ-ਜ਼ੋਰ ਦੀ ਮੁੱਕੀਆਂ ਨਾਲ ਬੂਹਾ ਭੰਨੇ। ਪਹਿਲਾਂ ਤਾਂ ਇਸ ਢੰਗ ਨੂੰ ਸੱਭਿਅਤਾਹੀਣ ਸਮਝ ਕੇ ਵਰਤਣੋਂ ਸੰਕੋਚ ਕੀਤਾ। ਹਾਰ ਕੇ ਉਹਨੂੰ ਇਹੋ ਕਰਨਾ ਪਿਆ। ਇੰਨੀ ਜ਼ੋਰ ਦੀ ਉਹਨੇ ਬੂਹੇ ਨੂੰ ਥੱਪੜ ਮਾਰਨੇ ਸ਼ੁਰੂ ਕੀਤੇ, ਉਹਦੇ ਹੱਥ ਲਾਲ ਹੋ ਗਏ। ਕੜਿਚ ਕੜਿਚ ਚਿਟਕਣੀ ਖੁੱਲ੍ਹਣ ਦੀ ਆਵਾਜ਼ ਆਈ। ਫਿਰ ਫਾਟਕ ਦੇ ਤਾਕ ਵਿਚਲੀ ਤਾਕੀ ਇੰਨੀ ਕੁ ਖੁੱਲ੍ਹੀ ਜਿਸ 'ਚੋਂ ਸਿਰੇ ਮਸੇ ਬਾਹਰ ਨਿਕਲ ਸਕਿਆ। ਨਾਲ ਹੀ ਇੱਕ ਕੜਕਵੀਂ ਗੁਸੈਲੀ ਆਵਾਜ਼ ਉਹਨੇ ਸੁਣੀ। ਕੌਣ ਇਸ ਵੇਲੇ ਬੂਹਾ ਭੰਨ ਰਿਹਾ? ਪਤਾ ਨਹੀਂ, ਜੋ ਅੰਦਰ ਵੀ ਆਦਮੀ ਸੁੱਤੇ। ਤੇ ਬੋਲਣ ਵਾਲੇ ਦੀ ਨਜ਼ਰ ਜਿਉਂ ਹੀ ਬਾਹਰ ਖਲੋਤੇ ਆਕਾਰ 'ਤੇ ਪਈ ਕਿ ਉਹ ਬੋਲਦਾ ਬੋਲਦਾ ਰੁਕ ਗਿਆ। ਸ਼ਾਇਦ ਇਸ ਕਰਕੇ ਕਿ ਬਾਹਰਲਾ ਆਕਾਰ ਮਰਦਾਵਾਂ ਨਹੀਂ ਸੀ। ਸ਼ਾਇਦ ਨੀਂਦਰ 'ਚ ਹੋਣ ਕਰਕੇ ਉਹ ਪਹਿਲਾਂ ਇਹਦਾ ਅਨੁਮਾਨ ਨਹੀਂ ਸੀ ਲਾ ਸਕਿਆ। ਜੀ, ਮੈਂ ਡਾਕਟਰ ਸਾਹਿਬ ਨੂੰ ਮਿਲਣਾ, ਇੱਕ ਮਰੀਜ਼ ਪਾਸ ਲੈ ਜਾਣ ਲਈ, ਕੁੜੀ ਨੇ ਹਲੀਮ, ਸਾਊ ਤੇ ਤਰਲੇ ਭਰੀ ਆਵਾਜ਼ 'ਚ ਕਿਹਾ। ਪਰ ਇਹਦਾ ਅਸਰ ਕੁਛ ਨਾ ਹੋ ਸਕਿਆ। ਇੱਕ ਕਰਕਸ਼ ਤੇ ਰੁੱਖੀ ਜਿਹੀ ਆਵਾਜ਼ ਆਈ, ਉਹ ਇਸ ਵੇਲੇ ਨਹੀਂ ਮਿਲ ਸਕਦੇ, ਸਵੇਰੇ ਆਉਣਾ। ਤੇ ਖੱਪ ਕਰਕੇ ਤਾਕੀ ਬੰਦ ਹੋਈ। ਜ਼ਰਾ ਠਹਿਰੋ, ਕਹਿੰਦਿਆਂ ਜਿਵੇਂ ਕੋਈ ਗੋਲਾ ਪਾਟਦਾ, ਮੁਟਿਆਰ ਨੇ ਛੇਤੀ ਨਾਲ ਅਗਾਂਹ ਵੱਧ ਕੇ ਤਾਕੀ ਨੂੰ ਜ਼ੋਰ ਨਾਲ ਧੱਕਾ ਦਿੱਤਾ, ਜਿਸ ਨਾਲ ਉਹ ਪੂਰੀ ਖੁੱਲ੍ਹ ਗਈ। ਅੰਦਰਲੇ ਆਦਮੀ ਦਾ ਹੱਥ ਚਿਟਕਣੀ ਅੜਾਉਣ 'ਚ ਕਾਮਯਾਬ ਨਾ ਹੋ ਸਕਿਆ। ਜ਼ੋਰ ਨਾਲ ਬਾਰੀ ਖੁੱਲ੍ਹਣ ਕਰਕੇ ਉਹਦੀ ਉਂਗਲ ਦਾ ਜ਼ਰਾ ਕੁ ਹਿੱਸਾ ਚਿਟਕਣੀ ਦੀ ਜ਼ੱਦ 'ਚ ਆ ਕੇ ਜ਼ਖਮੀ ਹੋ ਗਿਆ। ਤੇ ਜੇ ਇਹੋ ਜਿਹੀ ਬੇਹੂਦਾ ਹਰਕਤ ਕਰਨ ਵਾਲਾ ਇਸਤਰੀ ਦੀ ਥਾਂ ਕੋਈ ਮਰਦ ਹੁੰਦਾ ਤਾਂ ਉਹ ਜ਼ਰੂਰ ਹੀ ਇਸ ਅਮੋੜਪੁਣੇ ਦਾ ਬਦਲਾ ਲੈਂਦਾ। ਸਿਰ ਦੁਬਾਰਾ ਬਾਹਰ ਨਿਕਲਿਆ। ਇਸ ਤੋਂ ਪਹਿਲਾਂ ਕਿ ਸਿਰ ਆਪਣੇ ਗੁੱਸੇ ਦਾ ਨਜ਼ਲਾ ਝਾੜਦਾ, ਕੁੜੀ ਜਿਵੇਂ ਉਹਨੂੰ ਕਿਸੇ ਨੂੰ ਹੁਕਮ ਦੇਈਦਾ, ਉਹਦੀਆਂ ਅੱਖਾਂ 'ਚ ਅੱਖਾਂ ਗੱਡ ਕੇ ਬੋਲੀ, ਮੈਂ ਕਹਿੰਦੀ ਹਾਂ ਡਾਕਟਰ ਸਾਹਿਬ ਨੂੰ ਜਲਦੀ ਖਬਰ ਕਰੋ, ਮਰੀਜ਼ ਦੀ ਹਾਲਤ ਖਤਰਨਾਕ ਹੈ, ਮੈਂ ਜ਼ਿਆਦਾ ਨਹੀਂ ਉਡੀਕ ਸਕਦੀ। ਆਪਣਾ ਗੁੱਸਾ ਨਾ ਕੱਢ ਸਕਣ ਦੇ ਅਰਮਾਨ 'ਚ ਅੰਦਰਲਾ ਆਦਮੀ ਬੇਵਸੀ ਜਿਹੀ ਦਾ ਅਨੁਭਵ ਕਰਦਾ ਬੋਲਿਆ, ਉਹ ਇਸ ਵੇਲੇ ਆਰਾਮ ਕਰ ਰਹੇ ਨੇ। ਕੁੜੀ ਨੇ ਪਹਿਲਾਂ ਵਰਗੀ ਰੋਹ ਬੀਲੀ ਨਜ਼ਰ ਨਾਲ ਉਸ ਵੱਲ ਤੱਕਦਿਆਂ ਫੇਰ ਕਿਹਾ, ਕੋਈ ਹਰਜ਼ ਨਹੀਂ, ਤੁਸੀਂ ਜਗਾਓ ਉਹਨਾਂ ਨੂੰ। ਇੱਕ ਬਿਮਾਰ ਦੀ ਜ਼ਿੰਦਗੀ ਨਾਲ ਉਹਨਾਂ ਦਾ ਆਰਾਮ ਜ਼ਿਆਦਾ ਕੀਮਤੀ ਨਹੀਂ। ਜ਼ਰਾ ਹੌਲੀ ਬੋਲ ਬੀਬੀ, ਸਖਤ ਖਿੱਚ ਕੇ ਕ੍ਰੋਧ 'ਚੋਂ ਬੋਲਿਆ। ਡਾਕਟਰ ਸਾਹਿਬ ਨਾਲ ਦੇ ਕਮਰੇ 'ਚ ਆਰਾਮ ਕਰ ਰਹੇ ਨੇ, ਰੌਲਾ ਸੁਣ ਕੇ ਜਾਗ ਪੈਣਗੇ। ਮੈਂ ਤਾਂ ਉਹਨਾਂ ਬਾਬਤ ਸੁਣਿਆ ਸੀ, ਕੁੜੀ ਪਹਿਲਾਂ ਨਾਲੋਂ ਵੀ ਜ਼ੋਰਦਾਰ ਆਵਾਜ਼ 'ਚ ਬੋਲੀ, ਕਿ ਡਾਕਟਰ ਆਨੰਦ ਧਰਮ ਦੀ ਮੂਰਤ ਹੈ, ਸੇਵਾ ਦਾ ਅਵਤਾਰ ਹੈ। ਕੀ ਇਹ ਐਵੇਂ ਗੱਪੀ ਨੇ? ਕੀ ਇਹ ਐਵੇਂ ਗੱਪਾਂ ਹੀ ਨੇ ਲੋਕਾਂ ਦੀਆਂ? ਜਿਸ ਡਾਕਟਰ ਨੂੰ ਮਰੀਜ਼ ਦੀ ਜਾਨ ਨਾਲੋਂ ਆਪਣੀ ਨੀਂਦਰ ਜ਼ਿਆਦਾ ਪਿਆਰੀ ਹੈ, ਮੈਂ ਤਾਂ ਸਮਝਦੀ ਐਵੇਂ ਲੋਕਾਂ ਨੇ ਉਹਦੀ ਹਵਾ। ਬਾਕੀ ਦਾ ਵਾਕੰਸ਼ ਉਹਦੇ ਮੂੰਹ ਨਿਕਲਦਾ ਨਿਕਲਦਾ ਰੁਕ ਗਿਆ। ਸ਼ਾਇਦ ਉਹ ਡਾਕਟਰ ਦੀ ਸ਼ਾਨ 'ਚ ਕੋਈ ਭੈੜਾ ਸ਼ਬਦ ਕਹਿਣ ਲਈ ਤਿਆਰ ਹੋ ਗਈ ਸੀ। ਚਾਹੁੰਦਾ ਹੋਇਆ ਵੀ ਕਿ ਕੁੜੀ ਦੀ ਗੁਸਤਾਖੀ ਦਾ ਜਵਾਬ ਉਸੇ ਤਰ੍ਹਾਂ ਦੇ ਅੰਦਾਜ਼ 'ਚ ਦੇਵੇ, ਉਹ ਆਦਮੀ ਇਸ 'ਚ ਕਾਮਯਾਬ ਨਾ ਹੋ ਸਕਿਆ। ਉਹਨੇ ਕੁੜੀ ਦੀਆਂ ਗੱਲਾਂ ਅਣਸੁਣੀਆਂ ਕਰ ਛੱਡਣੀਆਂ ਚਾਹੀਆਂ, ਪਰ ਨਹੀਂ ਕਰ ਸਕਿਆ। ਕਹਿੰਦੇ ਨੇ ਹੁਸਨ 'ਚ ਜਾਦੂ ਹੁੰਦਾ ਹੈ। ਸ਼ਾਇਦ ਕਿਸੇ ਇਹੋ ਜਿਹੀ ਜਾਦੂ ਜਾਂ ਜਲਾਲ ਨੇ ਇਸ ਵੇਲੇ ਉਹਨੂੰ ਪ੍ਰਭਾਵਿਤ ਕਰ ਦਿੱਤਾ ਸੀ। ਪਤਲੇ ਸੁਬਕ ਜਿਹੇ ਸਰੀਰ 'ਚ ਏਡਾ ਜੋਸ਼ ਤੇ ਆਵਾਜ਼ 'ਚ ਏਡਾ ਦਬਦਬਾ, ਇਹ ਸ਼ਾਇਦ ਇਸ ਤੋਂ ਪਹਿਲਾਂ ਇਸ ਗੱਭਰੂ ਦੇ ਦੇਖਣ 'ਚ ਨਹੀਂ ਸੀ ਆਇਆ। ਉਹ ਹੁਸਨ ਦੀ ਝਾਲ ਨਾ ਝੱਲ ਸਕਿਆ, ਨਾ ਹੀ ਉਸ ਨਿਡਰਤਾ ਨਾਲ ਉਸ ਦੇ ਚਿਹਰੇ ਵੱਲ ਤੱਕ ਸਕਿਆ ਜਿਸ ਤਰ੍ਹਾਂ ਦਾ ਉਹਦਾ ਸੁਭਾਅ ਸੀ। ਕੁਵੇਲੇ ਆਉਣ ਵਾਲੇ ਹਰ ਆਦਮੀ ਨੂੰ, ਵੱਡਾ ਹੋਵੇ ਜਾਂ ਭਾਵੇਂ ਛੋਟਾ, ਉਹ ਅਕਸਰ ਪਹਿਲੀ ਫਟਕਾਰ ਨਾਲ ਪਿਛਾਂਹ ਮੋੜ ਦਿੰਦਾ ਹੁੰਦਾ ਸੀ। ਪਰ ਇਸ ਅਮੋੜ ਕੁੜੀ ਦਾ ਕੀ ਕਰੇ, ਜਿਹੜੀ ਬਰਾਬਰ ਉਹਦੇ ਸਿਰ ਨੂੰ ਚੜ੍ਹੀ ਆ ਰਹੀ ਸੀ। ਕੁੜੀ ਦੇ ਹੋਠ ਉਸ ਵੇਲੇ ਗੁੱਸੇ 'ਚ ਥੋੜ੍ਹੇ ਥੋੜ੍ਹੇ ਕੰਬ ਰਹੇ ਸਨ। ਉਹਨੇ ਜਦ ਅੰਦਰਲੇ ਆਦਮੀ ਵੱਲੋਂ ਕੋਈ ਜਵਾਬ ਨਾ ਸੁਣਿਆ ਤਾਂ ਆਪਣੇ ਗੁਸਤਾਖ ਬੋਲਾਂ 'ਤੇ ਕੁਝ ਸ਼ਰਮਿੰਦੀ ਹੋ ਗਈ। ਆਪਣੇ ਲਹਿਜੇ ਨੂੰ ਜ਼ਰਾ ਕੁ ਨਰਮ ਕਰਦਿਆਂ ਉਹਨੇ ਪੁੱਛਿਆ, ਤੁਸੀਂ ਇਹਨਾਂ ਦੇ ਕੰਪਾਊਂਡਰ ਹੋ? ਕੁਝ ਦਬਕ ਕੇ, ਕੁਝ ਝਿਮਕ ਕੇ ਕਹਿਣ ਲੱਗਾ, ਹਾਂ ਮੈਂ ਕੰਪਾਊਂਡਰ ਹਾਂ। ਪਰ ਤੁਸੀਂ ਰਤਾ, ਹੌਲੀ ਬੋਲੋ ਬੀਬੀ, ਮੈਂ ਕਹਿ ਚੁੱਕਾ ਡਾਕਟਰ ਸਾਹਿਬ ਨਾਲ ਦੇ ਕਮਰੇ 'ਚ ਸੁੱਤੇ ਹੋਏ ਨੇ। ਉਹਨੇ ਆਪਣਾ ਹੱਥ ਸੱਜੇ ਪਾਸੇ ਵੱਲ ਉਠਾਇਆ। ਕੰਪਾਊਂਡਰ ਮਧਰੇ ਕੱਦ ਦੇ ਜ਼ਰਾ ਭਾਰੇ ਸਰੀਰ ਦਾ ਨੌਜਵਾਨ ਸੀ। ਚਿਹਰਾ ਗੋਲ ਜਿਹਾ ਤੇ ਅੱਖਾਂ ਕੁਝ ਉਭਰੀਆਂ ਹੋਈਆਂ। ਉਹਦੇ ਸਿਰ ਦੇ ਵਿਚਕਾਰ ਕਰਕੇ ਛੋਟੀ ਜਿਹੀ ਟੋਟਰੀ ਸੀ। ਆਸੇ ਪਾਸੇ ਦੇ ਵਾਲਾਂ ਨੂੰ ਵਾਹ ਕੇ ਜਿਹਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਗਈ ਸੀ, ਫਿਰ ਵੀ ਫੁੱਲੀਆਂ ਹੋਈਆਂ ਲਿੱਟਾਂ ਥੱਲਿਓਂ ਉਹ ਸਾਫ਼ ਦਿਸ ਰਹੀ ਸੀ। ਉਹਦੇ ਹੋਠ ਕੁਝ ਮੋਟੇ ਪਰ ਬੇਸੁਰੇ ਨਹੀਂ ਸਨ, ਜਿਨ੍ਹਾਂ ਉੱਤੇ ਬੱਜੀ ਪੈਪੜੀ ਤੋਂ ਪਾਨ ਖਾਣ ਦਾ ਆਦੀ ਮਾਲੂਮ ਹੁੰਦਾ ਸੀ।
ਦੰਦ ਉਹਦੇ ਜ਼ਰਾ ਵਿਰਲੇ ਸਨ, ਕੰਨਾਂ 'ਚ ਇੱਕ ਛੇਕ ਤੋਂ ਜਾਪਦਾ ਸੀ ਬਾਲਪਣੇ 'ਚੋਂ ਨੱਤੀਆਂ ਪਾਉਂਦਾ ਰਿਹਾ ਹੋਏਗਾ। ਤੁਸੀਂ ਆਪ ਜਗਾਓਗੇ ਉਹਨਾਂ ਨੂੰ ਕਿ ਮੈਂ ਜਗਾਵਾਂ ਜਾ ਕੇ? ਜਿਸ ਪਾਸੇ ਕੰਪਾਊਂਡਰ ਨੇ ਡਾਕਟਰ ਦੇ ਸੁੱਤੇ ਹੋਣ ਦਾ ਸੰਕੇਤ ਕੀਤਾ ਸੀ, ਬਾਰੀ 'ਚੋਂ ਲੰਘ ਕੇ ਉਸੇ ਪਾਸੇ ਕਦਮ ਵਧਾਉਂਦੀ ਕੁੜੀ ਬੋਲੀ। ਪਰ ਬੀਬੀ, ਉਹ ਕਾਫੀ ਨਰਮ ਹੋ ਕੇ ਬੋਲਿਆ, ਉਹਨਾਂ ਇਸ ਵੇਲੇ ਉੱਠਣਾ ਕੋਈ ਨਹੀਂ। ਦਿਨ ਰਾਤ ਦੀ ਮਸਰੂਫੀਅਤ ਤੋਂ ਬਾਅਦ ਮਸੇ 4-5 ਘੰਟੇ ਉਹਨਾਂ ਨੂੰ ਨੀਂਦਰ ਦਾ ਮੌਕਾ ਮਿਲਦਾ। ਇਸ ਗੱਲ ਦਾ ਜਵਾਬ ਮੈਂ ਤੁਹਾਨੂੰ ਦੇ ਚੁੱਕੀ ਹਾਂ। ਕਹਿੰਦੀ ਹੋਈ ਉਹ ਰਵਾਂ ਰਵੀਂ ਉੱਧਰੇ ਤੁਰ ਪਈ। ਉਹਦੇ ਪਿੱਛੇ ਪਿੱਛੇ ਕੰਪਾਊਂਡਰ ਵੀ, ਪਰ ਉਹਨਾਂ ਦੋਹਾਂ ਨੂੰ ਡਾਕਟਰ ਦੇ ਸੌਣ ਕਮਰੇ ਤੀਕ ਪਹੁੰਚਣ ਦੀ ਲੋੜ ਨਹੀਂ ਪਈ। ਨਮਸਤੇ ਡਾਕਟਰ ਜੀ। ਕੁੜੀ ਨੇ ਡਾਕਟਰ ਨੂੰ ਰਾਤ ਦੇ ਸੂਟ 'ਚ ਆਪਣੇ ਵੱਲ ਤੁਰੇ ਆਉਂਦੇ ਤੱਕ ਕੇ ਨਿਮਰਤਾ ਨਾਲ ਹੱਥ ਜੋੜੇ। ਸ਼ਾਇਦ ਰੌਲਾ ਸੁਣ ਕੇ ਡਾਕਟਰ ਆਪਣੇ ਆਪ ਹੀ ਜਾਗ ਗਿਆ ਸੀ। ਕੰਪਾਊਂਡਰ ਨੂੰ ਸੁੱਖ ਦਾ ਸਾਹ ਆਇਆ। ਉਹਨੇ ਸ਼ੁਕਰ ਕੀਤਾ ਜੋ ਕਵੇਲੇ ਜਗਾਣ ਕਰਕੇ ਉਹਨੂੰ ਮਾਲਕ ਦੀਆਂ ਝਿੜਕਾਂ ਨਹੀਂ ਖਾਣੀਆਂ ਪਈਆਂ। ਉਹ ਤੁਸੀਂ? ਜਿਵੇਂ ਬਿਨਾਂ ਮਰਜ਼ੀ ਤੋਂ ਡਾਕਟਰ ਦੇ ਮੂੰਹੋਂ ਨਿਕਲ ਗਿਆ, ਪਰ ਉਹ ਇੰਨੀ ਹੌਲੀ ਉਹਦੇ ਬੋਲਾਂ 'ਚੋਂ ਨਿਕਲਿਆ ਜਿਹਨੂੰ ਕੁੜੀ ਨੇ ਤਾਂ ਭਾਵੇਂ ਸੁਣ ਲਿਆ, ਪਰ ਉਹ ਹਟਵੇਂ ਥਾਂ ਖੜ੍ਹੇ ਕੰਪਾਊਂਡਰ ਨੇ ਨਹੀਂ ਸੁਣਿਆ। ਭਾਵੇਂ ਆਇਆ ਉਹ ਵੀ ਕੰਪਾਊਂਡਰ ਵਾਂਗ ਗੁੱਸੇ ਦਾ ਭਰਿਆ ਹੋਇਆ ਸੀ, ਪਰ ਕੁੜੀ 'ਤੇ ਨਜ਼ਰ ਪੈਂਦੇ ਜਿਵੇਂ ਕਿਸੇ ਨੇ ਉਹਦੇ ਦਿਲ ਵਿੱਚ ਉੱਤੇ ਬਰਫ਼ ਦੀ ਡਲੀ ਰੱਖਤੀ ਹੋਵੇ। ਕੁੜੀ ਨੇ ਇਸ ਜਾਣੀ ਪਛਾਣੀ ਸ਼ਕਲ ਨੂੰ ਗੌਰ ਤੇ ਹੈਰਾਨੀ ਨਾਲ ਤੱਕਿਆ। ਉਹਦੇ ਚੇਤੇ ਵੀ ਨਹੀਂ ਸੀ ਉਹੀ ਦੇਖਿਆ ਚਾਖਿਆ ਹੋਇਆ ਡਾਕਟਰ ਅਸਲ 'ਚ ਡਾਕਟਰ ਆਨੰਦ ਨਿਕਲ ਆਏਗਾ। ਉਹਨੂੰ ਆਪਣੀ ਕਰੜਾਈ 'ਤੇ ਕਾਫੀ ਸ਼ਰਮਿੰਦਗੀ ਹੋਈ, ਪਰ ਨਾਲ ਹੀ ਇਸ ਗੱਲ ਦੀ ਵੀ ਖੁਸ਼ੀ ਕਿ ਉਹ ਇਸ ਵੇਲੇ ਕਿਸੇ ਓਪਰੇ ਆਦਮੀ ਦੇ ਸਾਹਮਣੇ ਨਹੀਂ, ਸਗੋਂ ਉਸ ਪਾਸ ਖੜੀ ਹੈ ਜਿਸ ਨਾਲ ਪਹਿਲਾਂ ਤੋਂ ਹੀ ਉਹਦੀ ਮਾੜੀ ਮੋਟੀ ਜਾਣ ਪਛਾਣ ਹੈ। ਫਿਰ ਵੀ ਉਹਦੇ ਦਿਲ ਵਿੱਚ ਕੁਝ ਸ਼ੰਕਾ ਜੀ ਜ਼ਰੂਰ ਉੱਠੀ। ਉਹ ਸੋਚਣ ਲੱਗੀ, ਕੀ ਸੱਚਮੁੱਚ ਇਹੀ ਹੈ ਡਾਕਟਰ ਆਨੰਦ ਜਿਸ ਬਾਬਤ ਮੈਂ ਇੰਨਾ ਕੁਝ ਸੁਣ ਚੁੱਕੀ ਹਾਂ? ਸ਼ਾਇਦ ਇਸ ਕਰਕੇ ਕਿ ਉਹਦੀਆਂ ਅੱਖਾਂ 'ਚ ਡਾਕਟਰ ਆਨੰਦ ਦੀ ਤਸਵੀਰ ਕੁਝ ਹੋਰ ਤਰ੍ਹਾਂ ਦੀ ਸਮਾਈ ਹੋਈ ਸੀ। ਕੋਈ ਬੜੀ ਸ਼ਾਂਤ ਤੇ ਬਜ਼ੁਰਗ ਜਿਹੀ ਸ਼ਖਸੀਅਤ, ਪਰ ਇਹ ਤਾਂ ਬਿਲਕੁਲ ਅਮੀਰਾਂ ਵਰਗਾ ਇੱਕ ਅਮੀਰ ਸੀ ਉਹਦੇ ਸਾਹਮਣੇ, ਨਾਲੇ ਬਜ਼ੁਰਗ ਨਹੀਂ, ਜਵਾਨ ਉਮਰ ਦਾ, ਜਿਸ ਦੇ ਸਰੀਰ 'ਤੇ ਬਹੁਤ ਵਧੀਆ ਕਿਸਮ ਦਾ ਧਾਰੀਦਾਰ ਰੇਸ਼ਮੀ ਨਾਈਟ ਸੂਟ ਚਮਕ ਰਿਹਾ ਸੀ, ਜਿਹਦੇ ਪੈਰਾਂ 'ਚ ਸੁਬਕ ਜਿਹੀਆਂ ਮਖਮਲੀ ਚੱਪਲਾਂ ਸਨ। ਡਾਕਟਰ ਆਨੰਦ ਦੀਆਂ ਅੱਖਾਂ 'ਚ ਚਮਕਦੇ ਹੋਏ ਕ੍ਰੋਧ ਦੇ ਡੋਰੇ ਪਤਲੇ ਪੈ ਗਏ ਤੇ ਉਹਦੇ ਚਿਹਰੇ 'ਤੇ ਦਮਕ ਰਹੀ ਝੁੰਝਲਾਹਟ ਨਿਮਰਤਾ 'ਚ ਵੱਟ ਗਈ। ਸਾਹਮਣੇ ਖੜੋਤੀ ਹੋਈ ਇੱਕ ਪਤਲੀ ਲੰਮੀ ਸੁੰਦਰੀ ਦੇ ਰੂਪ ਵਿੱਚ ਮਾਧੁਰੀ ਦਾ ਅਸਰ ਹੀ ਉਸ ਉੱਤੇ ਕੁਝ ਇਸ ਤਰ੍ਹਾਂ ਨਾਲ ਛਾ ਗਿਆ ਕਿ ਝਟ ਪਲ ਲਈ ਸੰਭਲਣਾ ਉਸ ਲਈ ਮੁਸ਼ਕਿਲ ਹੋ ਗਿਆ। ਕੁੜੀ ਵਧੀਆ ਪਹਿਰਾਵੇ 'ਚ ਨਹੀਂ ਸੀ, ਪਰ ਇੰਨਾ ਮੁਨਾਸਿਬ ਤੇ ਫੱਬਵਾਂ ਸੀ ਕਿ ਵੇਖ ਕੇ ਕੋਈ ਵੀ ਕਹਿ ਦੇਵੇ ਕਿ ਇਸ ਸਰੀਰ ਉੱਤੇ ਇਹੋ ਸੱਜ ਸਕਦਾ ਹੈ। ਕੁੜੀ ਦੀਆਂ ਅੱਖਾਂ 'ਚ ਕੁਦਰਤੀ ਕਾਲੋਂ ਤੇ ਹੋਠਾਂ ਦੀ ਕੁਦਰਤੀ ਲਾਲੀ ਵਿੱਚ ਕੋਈ ਮਿਕਨਾਤੀਸੀ ਜਿਹਾ ਆਕਰਸ਼ਣ ਸੀ। ਭੋਲਾ, ਨਿਰਛਲ, ਸੁਹਿਰਦ ਤੇ ਸਵੈਮਾਨ ਸੂਚਕ ਪ੍ਰਭਾਵ ਸੀ ਉਹਦਾ। ਚਿੰਤਾ ਤੇ ਘਬਰਾਹਟ ਨੇ ਰਲ ਕੇ ਜਿਹਨੂੰ ਹੋਰ ਵੀ ਹਿਰਦੇ ਸਪਰਸ਼ੀ ਬਣਾ ਦਿੱਤਾ ਸੀ। ਉਹਨੇ ਇਸ ਵੇਲੇ ਮੋਟੇ ਡੋਰੀਏ ਦਾ ਕਾਲਾ ਦੁਪੱਟਾ ਲਿਆ ਸੀ, ਜਿਹੜਾ ਆਦਤਨ ਹੀ ਤਲ ਖਬਰੇ ਬੇਪਰਵਾਹੀ ਨਾਲ ਅਥਵਾ ਤੇਜ਼ ਹਵਾ ਕਰਕੇ ਸਿਰੋਂ ਲੱਥ ਕੇ ਉਹਦੇ ਗਲੇ 'ਚ ਪਿਆ ਸੀ, ਜਿਹਦੇ ਹੇਠੋਂ ਉਹਦੇ ਦੋ ਗੋਰੇ ਹੱਥ ਜਿਹੜੇ ਦੋਹਾਂ ਪਾਸਿਆਂ ਨਾਲ ਲਟਕ ਰਹੇ ਸਨ, ਡਾਕਟਰ ਆਨੰਦ ਨੂੰ ਬੜੇ ਦਿਲ ਲੁਭਾਣੇ ਮਾਲੂਮ ਹੁੰਦੇ ਸੀ। ਸਿਰ ਦੇ ਵਾਲ ਉਹਦੇ ਭਾਵੇਂ ਸੁਚੱਜੇ ਢੰਗ ਨਾਲ ਵਾਹੇ ਸਨ, ਪਰ ਕੁਵੇਲੇ ਦੀ ਦੌੜ ਭੱਜ ਹਫੜਾ ਦਫੜੀ ਨਾਲੇ ਹਵਾ ਦੇ ਕਾਰਨ ਉਹ ਖਿੰਡਵੀਂ ਜਿਹੀ ਹਾਲਤ ਵਿੱਚ ਸਨ, ਜਿਸ ਨਾਲ ਉਹਦੀ ਸੁੰਦਰਤਾ ਘਟਣ ਦੀ ਥਾਂ ਸਗੋਂ ਹੋਰ ਵੀ ਨਿਖਰੀ ਨਿਖਰੀ ਮਾਲੂਮ ਹੁੰਦੀ ਸੀ। ਸਭ ਕਾਸੇ ਤੋਂ ਜਾਪਦਾ ਸੀ ਕਿ ਗਰੀਬੀ ਦੀ ਹਾਲਤ ਵਿੱਚ ਵੀ ਉਹ ਆਪਣੇ ਸੁਹੱਪਣ ਨੂੰ ਸੰਭਾਲਣ ਵੱਲੋਂ ਬੇਧਿਆਨੀ ਨਹੀਂ ਰਹਿੰਦੀ। ਅੰਦਰੋਂ ਆ ਰਹੇ ਨਿੰਮੇ ਚਾਨਣ 'ਚ ਉਹਦੇ ਚਿਹਰੇ ਦੀ ਟੁਕੜੀ ਗੁੱਸੇ, ਬੇਸਬਰੀ ਤੇ ਚਿੰਤਾ ਨਾਲ ਨਾ ਖੁਸ਼ ਜਿਹੀ ਸੀ। ਉਹਦੀਆਂ ਅੱਖਾਂ ਦੀ ਨੀਲੀ ਭਾਵ ਮਰਦ ਲਈ ਖਿੱਚਦਾ ਤੇ ਤੀਵੀਂ ਲਈ ਈਰਖਾ ਦਾ ਕਾਰਨ ਬਣ ਸਕਦੀ ਸੀ। ਡਾਕਟਰ ਆਨੰਦ ਨੇ ਇੱਕ ਤੋਂ ਬਾਅਦ ਦੂਜੀ ਵਾਰੀ ਉਸ ਵੱਲ ਕੁਝ ਓਪਰੀ ਨਜ਼ਰੇ ਤੱਕਿਆ, ਜੋ ਸ਼ਾਇਦ ਕੰਪਾਊਂਡਰ ਦੀਆਂ ਅੱਖਾਂ ਨੂੰ ਧੋਖਾ ਦੇਣ ਲਈ ਸੀ। ਸਰਪਟ ਦੌੜਦਿਆਂ ਜਿਵੇਂ ਕਿਸੇ ਨੂੰ ਟੱਕਰ ਲੱਗ ਜਾਂਦੀ ਹੈ, ਡਾਕਟਰ ਦੀ ਉਹੀ ਹਾਲਤ ਸੀ, ਤੇ ਇਸ ਹਾਲਤ ਨੂੰ ਲੱਗਦੀ ਵਾਰ ਕੰਪਾਊਂਡਰ ਤੋਂ ਲੁਕਾਉਣ ਲਈ ਆਪਣੇ ਸ਼ਬਦਾਂ 'ਚ ਕੁਝ ਤਰਸ਼ੀ ਲਿਆ ਕੇ ਉਸ ਕੁੜੀ ਨੂੰ ਕਿਹਾ, ਕੀ ਗੱਲ ਹੈ ਬੀਬੀ, ਕੌਣ ਬਿਮਾਰ ਹੈ? ਜੀ ਮੇਰਾ ਛੋਟਾ ਭਰਾ। ਕੀ ਤਕਲੀਫ ਹੈ ਉਹਨੂੰ? ਪਤਾ ਨਹੀਂ ਜੀ ਕੀ ਹੋ ਗਿਆ ਉਹਨੂੰ, ਚੰਗਾ ਭਲਾ ਸੀ, ਇੱਕਦਮ ਜਬਾੜੇ ਦੋਵੇਂ ਮਿਲ ਗਏ ਸੂ, ਦੰਦਾਂ ਦੀਆਂ ਉਤਲੀਆਂ ਬੀੜਾਂ ਜਿੱਕਣ ਸਿਉਂਤੀਆਂ ਗਈਆਂ ਸੂ, ਬੜੀ ਤਕਲੀਫ 'ਚ ਡਾਕਟਰ ਜੀ, ਪਰਮਾਤਮਾ ਦੇ ਵਾਸਤੇ ਛੇਤੀ ਚਲੋ। ਪਿੱਛੇ ਖੜੋਤਾ ਕੰਪਾਊਂਡਰ ਸ਼ਾਇਦ ਉਡੀਕ ਰਿਹਾ ਸੀ ਕਿ ਉਹਦਾ ਮਾਲਕ ਕਿਹੜੇ ਸ਼ਬਦਾਂ ਨਾਲ ਇਸ ਕੁਵੇਲੇ ਦੀ ਪ੍ਰਾਹੁਣੀ ਨੂੰ ਮੋੜਦਾ ਤੇ ਆਪਣੀ ਨੀਂਦਰ ਦਾ ਖੂਨ ਕਰਨ ਵਾਲੀ ਇਸ ਆਫਤ ਪਾਸੋਂ ਖਹਿੜਾ ਛੁਡਾਉਂਦਾ ਹੈ, ਪਰ ਡਾਕਟਰ ਨੂੰ ਜਦ ਉਹਨੇ ਬਜਾਏ ਕੋਈ ਤਲਖ ਤੁਰਸ਼ ਜਵਾਬ ਦੇਣ ਦੇ ਕਿਸੇ ਡੂੰਘੀ ਸੋਚ ਵਿੱਚ ਵੇਖਿਆ, ਜਿਵੇਂ ਬਿਮਾਰ ਦਾ ਹਾਲ ਪੁੱਛਣ ਵੇਲੇ ਅਕਸਰ ਸੋਚਿਆ ਕਰਦਾ ਸੀ, ਤਾਂ ਉਹਨੂੰ ਮਾਲਕ ਦਾ ਇਹ ਢੰਗ ਬੜਾ ਅਨੋਖਾ ਜਾਪਿਆ। ਪਹਿਲਾਂ ਵੀ ਕਦੀ ਉਹਨੂੰ ਇਹ ਤਕਲੀਫ ਹੋਈ ਹੈ? ਡਾਕਟਰ ਨੇ ਉਸੇ ਗੰਭੀਰਤਾ 'ਚ ਕੁੜੀ ਨੂੰ ਪੁੱਛਿਆ। ਨਹੀਂ ਜੀ, ਕੁੜੀ ਨੇ ਸਿਰ ਹਿਲਾਉਂਦਿਆਂ ਜਵਾਬ ਦਿੱਤਾ।
ਡਾਕਟਰ ਫਿਰ ਸੋਚੀ ਪੈ ਗਿਆ, ਮਾਨੋ ਉਹਨੂੰ ਆਪਣੀ ਬੇਆਰਾਮੀ ਭੁੱਲ ਗਈ ਹੋਵੇ। ਮੁੰਡੇ ਦੇ ਸਰੀਰ 'ਤੇ ਕੋਈ ਜ਼ਖਮ ਤਾਂ ਨਹੀਂ? ਡਾਕਟਰ ਨੇ ਚੋਰ ਨਜ਼ਰ ਨਾਲ ਇੱਕ ਵਾਰੀ ਫਿਰ ਕੁੜੀ ਦੇ ਦਿਲ ਖਿੱਚਵੇਂ ਨਕਸ਼ਾਂ ਵੱਲ ਤੱਕਦਿਆਂ ਪੁੱਛਿਆ। ਹੈ ਜੀ, ਕੁੜੀ ਨੇ ਤਸੱਲੀ ਭਰੀ ਕਾਹਲੀ ਨਾਲ ਜਵਾਬ ਦਿੱਤਾ। ਉਹਦੀ ਸੱਜੀ ਲੱਤ 'ਤੇ ਵੱਡਾ ਭਾਰਾ ਜ਼ਖਮ ਹੈ। ਕਿੰਨੇ ਕੁ ਚਿਰ ਦਾ? ਕੋਈ 4-5 ਮਹੀਨਿਆਂ ਤੋਂ ਮੇਰਾ ਖਿਆਲ 'ਚ। ਕਿਸ ਤਰ੍ਹਾਂ ਹੋਇਆ ਸੀ ਜ਼ਖਮ? ਜੀ, ਪਾਕਿਸਤਾਨ 'ਚੋਂ ਆਉਂਦਿਆਂ ਗੱਡੀ 'ਤੇ ਮੁਸਲਮਾਨਾਂ ਨੇ ਹਮਲਾ ਕਰਤਾ ਸੀ। ਉਹਦੀ ਲੱਤ 'ਚ ਕਿਸੇ ਨੇ ਬਰਛਾ ਖੋਭ ਦਿੱਤਾ ਸੀ। ਡਾਕਟਰ ਨੇ ਹਮਦਰਦੀ ਦੇ ਰੰਗ 'ਚ ਪੁੱਛਿਆ। ਫਿਰ ਉਹਦੇ ਜ਼ਖਮ ਦਾ ਇਲਾਜ ਕੀਤਾ ਗਿਆ? ਜੀ, ਇਲਾਜ ਕੁਝ ਨਹੀਂ ਹੋ ਸਕਿਆ। ਕਿੰਨਾ ਚਿਰ ਤਾਂ ਉਹ ਵਿਚਾਰਾ ਬਗੈਰ ਇਲਾਜ ਤੋਂ ਰਿਹਾ, ਜਿਸ ਕਰਕੇ ਜ਼ਖਮ ਖਰਾਬ ਹੁੰਦਾ ਗਿਆ। ਫਿਰ ਕੁਝ ਚਿਰ ਹਸਪਤਾਲੋਂ ਪੱਟੀ ਕਰਾਉਂਦੇ ਰਹੇ, ਪਰ ਹਸਪਤਾਲ ਦੂਰ ਹੋਣ ਕਰਕੇ ਉਸ ਤੋਂ ਬਾਅਦ ਮੈਂ ਆਪ ਹੀ ਮਾੜੀ ਮੋਟੀ ਪੱਟੀ ਕਰ ਦਿੰਦੀ ਰਹੀ। ਸਮਝ ਲਿਆ। ਕਹਿਣ ਦੇ ਨਾਲ ਡਾਕਟਰ ਨੂੰ ਇਸ ਕੁੜੀ ਦੀਆਂ ਉਸ ਦਿਨ ਵਾਲੀਆਂ ਪੁੱਛਾਂ ਅਤੇ ਕਿਰਿਆਵਾਂ ਦਾ ਚੇਤਾ ਆ ਗਿਆ, ਅਤੇ ਇਹ ਸਮਝਣ ਵਿੱਚ ਵੀ ਉਹਨੂੰ ਚਿਰ ਨਾ ਲੱਗਾ ਕਿ ਕੁੜੀ ਅਸਲ 'ਚ ਆਪਣੇ ਭਰਾ ਲਈ ਸਰਜਰੀ ਸਿੱਖਣ ਖਾਤਰ ਹੀ ਕਦੀ ਕੈਂਪ ਵਾਲੇ ਹਸਪਤਾਲ 'ਚ ਚਲੀ ਜਾਂਦੀ ਹੋਏਗੀ। ਉਹਨੇ ਕੰਪਾਊਂਡਰ ਨੂੰ ਬੈਗ 'ਚ ਜ਼ਰੂਰੀ ਚੀਜ਼ਾਂ ਰੱਖਣ ਦਾ ਹੁਕਮ ਦਿੱਤਾ ਅਤੇ ਕੁੜੀ ਨੂੰ ਵੇਟਿੰਗ ਰੂਮ 'ਚ ਬਿਠਾ ਕੇ ਆਪ ਕੱਪੜੇ ਬਦਲਣ ਲਈ ਚਲਾ ਗਿਆ। ਥੋੜ੍ਹੀ ਦੇਰ ਬਾਅਦ ਜਦ ਡਾਕਟਰ ਹਰ ਤਰ੍ਹਾਂ ਨਾਲ ਕੱਪੜੇ ਲੱਤੇ ਅਤੇ ਲੋੜੀਂਦੇ ਸਮਾਨ ਨਾਲ ਲੈਸ ਹੋ ਕੇ ਆਇਆ, ਅਤੇ ਉਹਦੇ ਚਿਹਰੇ 'ਤੇ, ਜਿਹਾ ਕਿ ਅਕਸਰ ਇਹੋ ਜਿਹੇ ਵੇਲੇ ਹੋਇਆ ਕਰਦਾ ਸੀ, ਅਕੇਵੇਂ ਜਾਂ ਅਸੰਤੁਸ਼ਟਤਾ ਦਾ ਕੋਈ ਚਿੰਨ੍ਹ ਨਹੀਂ ਸੀ, ਸਗੋਂ ਇਹਦੀ ਥਾਂ ਲੁਕਵਾਂ ਜਿਹਾ ਹੁਲਾਸ ਸੀ। ਤੁਰਨ ਤੋਂ ਪਹਿਲਾਂ ਉਹਨੇ ਕੁੜੀ ਨੂੰ ਪੁੱਛਿਆ, ਕਿੰਨੀ ਕੁ ਦੂਰ ਹੈ ਤੁਹਾਡਾ ਘਰ? ਫਰਲਾਂਗ ਤੋਂ ਵੱਧ ਨਹੀਂ ਹੋਣਾ ਜੀ, ਕੁੜੀ ਨੇ ਜਵਾਬ ਦਿੱਤਾ। ਪਹਿਲਾਂ ਤਾਂ ਡਾਕਟਰ ਦੀ ਸਲਾਹ ਹੋਈ ਕੰਪਾਊਂਡਰ ਰਾਹੀਂ ਸ਼ੋਫਰ ਨੂੰ ਜਗਾ ਕੇ ਗੈਰੇਜ 'ਚੋਂ ਗੱਡੀ ਕਢਵਾ ਲਈ, ਪਰ ਕੁੜੀ ਦੇ ਮੂੰਹ ਉਹਨੇ ਹੁਣ ਤੋਂ ਪਹਿਲਾਂ ਆਪਣੇ ਬਿਸਤਰੇ 'ਤੇ ਪਿਆਂ ਜਿਹੜੀਆਂ ਗੱਲਾਂ ਸੁਣੀਆਂ ਸਨ, ਲੋਕੀ ਕਹਿੰਦੇ ਨੇ ਡਾਕਟਰ ਆਨੰਦ, ਤਾਂ ਉਹਦੇ ਨਾਲ ਪੈਦਲ ਹੀ ਤੁਰ ਪਿਆ। ਗੱਡੀ ਕੱਢਣ ਤੇ ਸਟਾਰਟ ਕਰਨ 'ਚ ਵੀ ਤਾਂ ਚੋਖੀ ਦੇਰ ਲੱਗ ਜਾਣੀ ਸੀ। ਮਕਾਨ ਅਸਲੋਂ ਹੀ ਛੋਟਾ ਜਿਹਾ ਸੀ। ਪਿੱਛੇ 2 ਨਿੱਕੀਆਂ ਕੋਠੜੀਆਂ, ਅੱਗੇ ਛੋਟਾ ਜਿਹਾ ਵਰਾਂਡਾ, ਬਸ, ਜਿਹਨੂੰ ਲਿਪ ਪੋਚ ਕੇ ਬੜੀ ਚਤੁਰਤਾ ਨਾਲ ਸੰਵਾਰਿਆ ਗਿਆ ਸੀ। ਥੋੜ੍ਹੇ ਜਿੰਨੇ ਭਾਂਡੇ, ਇੱਕ ਅੱਧ ਟਰੰਕ ਅਤੇ ਮਾਮੂਲੀ ਜਿਹਾ ਕੱਪੜਾ ਲੱਤਾ। ਹਰ ਚੀਜ਼ ਸੰਭਾਲ ਨਾਲ ਆਪੋ ਆਪਣੀ ਥਾਂ ਟਿਕੀ ਹੋਈ ਸੀ। ਕੂੜਾ ਕਰਕਟ ਜਾਂ ਮੱਖੀ ਮੱਛਰ ਕਿਤੇ ਨਾਂ ਨੂੰ ਨਹੀਂ ਸਨ। ਮਰੀਜ਼ ਦੀ ਕੋਠੜੀ 'ਚ ਵੜਦਿਆਂ ਡਾਕਟਰ ਆਨੰਦ ਦੀ ਨਜ਼ਰ ਇੱਕ ਅੰਨ੍ਹੇ ਮੁੰਡੇ 'ਤੇ ਪਈ, ਜਿਹੜਾ ਛੋਟੀ ਜਿਹੀ ਮੰਜੀ 'ਤੇ ਲੇਟਿਆ ਤਕਲੀਫ ਨਾਲ ਛਟਪਟਾ ਰਿਹਾ ਸੀ। ਦੰਦ ਜੁੜੇ ਹੋਣ ਕਰਕੇ ਉਹਦੀ ਤਕਲੀਫ ਹੋਰ ਵੀ ਵੱਧ ਗਈ ਸੀ, ਕਿਉਂਕਿ ਚਿੱਲਾ ਨਹੀਂ ਸੀ ਸਕਦਾ। ਉਹਦਾ ਸਰੀਰ ਕਾਫੀ ਹੱਦ ਤੱਕ ਆਕੜਿਆ ਹੋਇਆ, ਚਿਹਰੇ ਦਾ ਰੰਗ ਨੀਲਾ ਸੀ, ਉਹਦੀਆਂ ਅੱਖਾਂ 'ਚ ਦਬਾ ਦਬ ਪਾਣੀ ਵਹਿ ਰਿਹਾ ਸੀ, ਅਤੇ ਜਿਹੜੇ ਅੱਥਰੂ ਨਹੀਂ ਸਨ, ਇੱਕ ਬੁੱਢੜੀ ਕੋਈ ਮਜ਼ਦੂਰਨ ਜਾਂ ਗੁਆਂਢਣ ਉਹਦੇ ਲਾਗੇ ਭੁੰਜੇ ਵਿਛੇ ਹੋਏ ਇੱਕ ਤੱਪੜ 'ਤੇ ਇਸ ਤਰ੍ਹਾਂ ਬੈਠੀ ਦਿਖਾਈ ਦਿੱਤੀ, ਜਿਵੇਂ ਵਗਾਰੀ ਫੜ ਕੇ ਲਿਆਂਦੀ ਗਈ ਹੋਵੇ। ਉਹਨੇ ਜਿਉਂ ਹੀ ਦੋਹਾਂ ਨੂੰ ਅੰਦਰ ਆਉਂਦਿਆਂ ਤੱਕਿਆ ਤਾਂ ਉਹ ਝਟਪਟ ਉੱਠ ਕੇ ਕੁੜੀ ਨੂੰ ਇਹ ਕਹਿੰਦੀ ਬਾਹਰ ਨਿਕਲ ਗਈ, ਲੈ ਬੀਬੀ ਜੀ, ਮੈਂ ਚੱਲੀ ਹਾਂ, ਘਰ ਇਕੱਲਾ ਹੈ, ਅਤੇ ਤੂੰ ਕਿੰਨੀ ਦੇਰ ਲਾਤੀ? ਅੱਛਾ ਮਾਈ, ਜਾ, ਤੇਰਾ ਭਲਾ ਹੋਵੇ, ਧੰਨਵਾਦ ਦਿੰਦਿਆਂ ਕੁੜੀ ਨੇ ਉਹਨੂੰ ਕਿਹਾ, ਅਤੇ ਫਿਰ ਧਿਆਨ ਉਹਨੇ ਬਿਮਾਰ ਵੱਲ ਮੋੜ ਲਿਆ। ਬੈਗ ਨੂੰ ਇੱਕ ਪਾਸੇ ਰੱਖ ਕੇ ਡਾਕਟਰ ਆਨੰਦ ਨੇ ਮਰੀਜ਼ ਦੀ ਦੇਖਭਾਲ ਸ਼ੁਰੂ ਕੀਤੀ। ਸਭ ਤੋਂ ਪਹਿਲਾਂ ਜਿਹੜਾ ਸ਼ਬਦ ਉਹਦੇ ਮੂੰਹੋਂ ਨਿਕਲੇ ਉਹ ਸੀ ਟੈਟਨਸ, ਖਤਰਨਾਕ ਕਿਸਮ ਦਾ ਟੈਟਨਸ। ਉਹਨੇ ਮਰੀਜ਼ ਦੀ ਲੱਤ ਤੋਂ ਪੱਟੀ ਖੋਲ੍ਹਣੀ ਸ਼ੁਰੂ ਕੀਤੀ। ਸਿਰ ਨੂੰ ਹੋਰ ਗਾਂਹ ਕਰਦੀ ਕੁੜੀ ਨੇ ਉਤਾਵਲੀ ਨਾਲ ਪੁੱਛਿਆ, ਟੈਟਨਸ ਕੀ ਹੁੰਦਾ ਡਾਕਟਰ ਜੀ? ਜ਼ਖਮ 'ਚ ਜ਼ਹਿਰੀਲਾ ਮਾਦਾ ਹੋ ਜਾਣ ਕਰਕੇ, ਕਹਿ ਕੇ ਡਾਕਟਰ ਮੂੰਹ ਧਿਆਨ ਪੱਟੀ ਖੋਲ੍ਹੀ ਗਿਆ। ਉਹਨੇ ਪਿਛਾਂਹ ਤੱਕ ਕੇ ਕੁੜੀ ਨੂੰ ਪੁੱਛਿਆ, ਜ਼ਖਮ ਨੂੰ ਕਾਹਦੇ ਨਾਲ ਧੋਂਦੇ ਹੁੰਦੇ ਜੀ? ਜੀ, ਮਰਕਰੀ ਲੋਸ਼ਨ ਨਾਲ। ਓ ਡੇਂਜਰਸ। ਜ਼ਖਮ ਦੀ ਹਾਲਤ ਵੇਖ ਕੇ ਡਾਕਟਰ ਚਿল্ਲਾਇਆ, ਬਹੁਤ ਡੂੰਘਾ ਜ਼ਖਮ ਹੈ। ਤਾਂ ਹੁਣ ਕੀ ਬਣੇਗਾ ਡਾਕਟਰ ਜੀ? ਤੁਹਾਡੇ ਖਿਆਲ 'ਚ? ਇਹ ਤੋਂ ਅੱਗੇ ਕੁਛ ਨਾ ਬੋਲੀ। ਡਾਕਟਰ ਉਸ ਵੱਲ ਤੱਕ ਕੇ ਹੌਸਲੇ ਭਰੀ ਆਵਾਜ਼ 'ਚ ਬੋਲਿਆ, ਜ਼ਖਮ ਤਾਂ ਠੀਕ ਹੋ ਜਾਏਗਾ, ਪਰ ਇਹ ਟੈਟਨਸ ਦਾ ਅਟੈਕ ਬੜਾ, ਪਰ ਫਿਕਰ ਨਾ ਕਰੋ, ਘਬਰਾਉਣ ਦੀ ਲੋੜ ਨਹੀਂ। ਉਹਨੇ ਬੈਗ 'ਚੋਂ ਨਸ਼ਤਰ ਕੱਢ ਕੇ ਜ਼ਖਮ ਨੂੰ ਕਾਫੀ ਸਾਰਾ ਕੁਰੇਦ ਸੁੱਟਿਆ, ਜਿਸ ਕਰਕੇ ਮਵਾਦ, ਜਿਹੜਾ ਸ਼ਾਇਦ ਲੱਤ ਦੇ ਅੰਦਰਲੇ ਹਿੱਸੇ 'ਚ ਕਾਫੀ ਚਿਰ ਤੋਂ ਰੁਕਿਆ ਸੀ, ਤੇਜ਼ੀ ਨਾਲ ਵਹਿਣਾ ਸ਼ੁਰੂ ਹੋ ਗਿਆ। ਕੁੜੀ ਨੇ ਜਦ ਬਿਨਾਂ ਕਿਸੇ ਕਿਸਮ ਦੀ ਕੁਰੈਤ ਤੋਂ ਤੇ ਸੰਗਾ ਤੋਂ ਉਹਨੂੰ ਸਾਫ਼ ਕਰਨਾ ਸ਼ੁਰੂ ਕੀਤਾ ਤਾਂ ਡਾਕਟਰ ਨੂੰ ਉੱਦਣ ਵਾਲਾ ਦ੍ਰਿਸ਼ ਚੇਤੇ ਆ ਗਿਆ, ਜਦੋਂ ਰਿਫਿਊਜੀ ਕੈਂਪ ਦੇ ਹਸਪਤਾਲ 'ਚ ਇਸੇ ਕੁੜੀ ਨੂੰ ਉਹਨੇ ਇਹੋ ਜਿਹੇ ਇੱਕ ਮਰੀਜ਼ ਦਾ ਜ਼ਖਮ ਸਾਫ਼ ਕਰਦਿਆਂ ਵੇਖਿਆ ਸੀ। ਬੈਗ 'ਚੋਂ ਇੱਕ ਡਿਸ਼ ਕੱਢ ਕੇ ਉਹਨੇ ਲੋਸ਼ਨ ਤਿਆਰ ਕੀਤਾ। ਫਿਰ ਕੁਝ ਕਾਟਨ ਅਤੇ ਲੈਂਟ ਦਾ ਵੱਡਾ ਸਾਰਾ ਟੁਕੜਾ ਉਹਨੇ ਉਹਦੇ ਹਵਾਲੇ ਕਰ ਦਿੱਤਾ। ਤੁਸੀਂ ਇਹ ਕੰਮ ਖ਼ਤਮ ਕਰੋ, ਇੱਛਰ ਤੀਕ ਮੈਂ ਇੰਜੈਕਸ਼ਨ ਦਾ ਸਮਾਨ ਤਿਆਰ ਕਰ ਲਵਾਂ, ਕਹਿ ਕੇ ਡਾਕਟਰ ਨੇ ਸਪਿਰਿਟ ਵਾਲਾ ਸਟੋਵ ਕੱਢਿਆ। ਫਿਰ ਸਿਰਿੰਜ ਖੋਲ੍ਹ ਕੇ ਉਹਦੀ ਸੂਈ ਆਦ ਧੋਣ 'ਚ ਲੱਗ ਗਿਆ। ਟੀਕੇ ਦੀਆਂ ਟਿਊਬਾਂ ਉਸ ਨਾਲ ਹੀ ਲਈ ਆਇਆ ਸੀ। ਇਸ ਸਾਰੇ ਸਮੇਂ 'ਚ ਡਾਕਟਰ ਦਾ ਧਿਆਨ ਕੇਵਲ ਇੱਕੋ ਪ੍ਰਸ਼ਨ ਦੇ ਸੁਲਝਾਉਣ 'ਚ ਲੱਗਾ ਰਿਹਾ। ਆਉਂਦਿਆਂ ਹੀ ਜਿਨ੍ਹਾਂ ਬੁਰੇ ਹਾਲੀ ਉਹਨੇ ਮੁੰਡੇ ਨੂੰ ਤੜਫਦਿਆਂ ਤੱਕਿਆ ਸੀ, ਉਹਦਾ ਹੁਣ ਮੁੰਡੇ 'ਤੇ ਕੋਈ ਬਹੁਤਾ ਅਸਰ ਨਹੀਂ ਸੀ ਜਾਪਦਾ, ਭਾਵੇਂ ਕਿ ਜ਼ਖਮ ਨੂੰ ਛੇੜਨ ਕਰਕੇ ਉਹਦੀ ਤਕਲੀਫ 'ਚ ਹੋਰ ਵੀ ਵਾਧਾ ਹੋ ਜਾਣਾ ਚਾਹੀਦਾ ਸੀ। ਇਹ ਟਿਕਾ ਕੇਵਲ ਕੁੜੀ ਦੇ ਹੱਥਾਂ ਦੀ ਛੋਹ ਨਾਲ ਜਿਵੇਂ ਉਸ 'ਚ ਆ ਗਿਆ ਸੀ।
ਮੁੰਡਾ ਚੈਨ ਨਾਲ ਆਪਣੀਆਂ ਅੱਖਾਂ ਦੇ ਮੁਰਦਾ ਡੇਲਿਆਂ ਨੂੰ ਇੱਧਰ ਉੱਧਰ ਫੇਰ ਰਿਹਾ ਸੀ। ਟੈਟਨਸ ਦਾ ਦੌਰਾ ਅਜੇ ਤੱਕ ਚੜ੍ਹਾਅ 'ਚ ਸੀ। ਉਹਦੇ ਜਬਾੜੇ ਜਿਵੇਂ ਕਿਸੇ ਸ਼ਿਕੰਜੇ 'ਚ ਦੇ ਕੇ ਇੱਕ ਦੂਜੇ ਨਾਲ ਕੱਸ ਦਿੱਤੇ ਹੋਣ। ਮੁੰਡਾ ਜਦ ਬਹੁਤ ਹੀ ਪੀੜ ਮਹਿਸੂਸ ਕਰਦਾ, ਕੋਲ ਬੈਠੀ ਕੁੜੀ ਦਾ ਹੱਥ ਆਪਣੇ ਹੱਥਾਂ 'ਚ ਘੁੱਟ ਕੇ ਮੀਟੇ ਹੋਏ ਦੰਦਾਂ 'ਚੋਂ ਚਿਲਾਉਣ ਲੱਗ ਪੈਂਦਾ, ਜਿਸ ਤੋਂ ਡਾਕਟਰ ਨੂੰ ਅਸਪਸ਼ਟ ਜਿਹੀ ਮਾਂ ਦੀ ਆਵਾਜ਼ ਸੁਣਾਈ ਦਿੰਦੀ। ਉੱਧਰ ਕੁੜੀ ਜਿਵੇਂ ਸੱਚਮੁੱਚ ਹੀ ਮਾਂ ਹੁੰਦੀ ਹੈ, ਉਹਨੂੰ ਪੁਚਕਾਰਨ ਲੱਗ ਪੈਂਦੀ। ਇੱਧਰ ਟੀਕਾ ਤਿਆਰ ਹੋਇਆ, ਉੱਧਰ ਕੁੜੀ ਨੇ ਜ਼ਖਮ ਨੂੰ ਸਾਫ਼ ਕਰ ਦਿੱਤਾ। ਹੁਣ ਕੇਵਲ ਜ਼ਖਮ ਦੇ ਅੰਦਰ ਦੀ ਸਫਾਈ ਹੋਣੀ ਬਾਕੀ ਸੀ। ਇਸ ਕੰਮ ਨੂੰ ਡਾਕਟਰ ਨੇ ਆਪ ਖਤਮ ਕੀਤਾ। ਪੈਨਸਲੀਨ ਦੀਆਂ ਬੱਤੀਆਂ ਭਰ ਕੇ ਉਹਨੇ ਜ਼ਖਮ ਨੂੰ ਬੰਨ੍ਹ ਦਿੱਤਾ। ਇਸ ਤੋਂ ਬਾਅਦ ਡਾਕਟਰ 50,000 ਯੂਨਿਟ ਦੀ ਐਂਟੀ ਟੈਟਨਸ ਸੀਰਮ ਦੀ ਟਿਊਬ ਕੱਢ ਕੇ ਉਸ ਵਿਚਲੀ ਦਵਾਈ ਸਿਰਿੰਜ 'ਚ ਭਰੀ। ਕੁੜੀ ਨੇ ਮਰੀਜ਼ ਦਾ ਡੌਲਾ ਫੜਿਆ। ਉਹਨੇ ਸੂਈ ਲਾ ਕੇ ਦਵਾਈ ਅੰਦਰ ਦਾਖਲ ਕਰ ਦਿੱਤੀ। ਕੁੜੀ ਦੀ ਘਬਰਾਹਟ ਹੁਣ ਕਾਫੀ ਹੱਦ ਤੱਕ ਦੂਰ ਹੋ ਚੁੱਕੀ ਸੀ, ਕਿਉਂਕਿ ਟੀਕਾ ਲਗਾਉਂਦਿਆਂ ਮੁੰਡੇ ਦੀ ਤਕਲੀਫ 'ਚ ਕਮੀ ਹੋਣ ਲੱਗ ਪਈ ਸੀ। ਸ਼ਾਇਦ 1 ਘੰਟੇ ਤੱਕ ਇੱਕ ਇੰਜੈਕਸ਼ਨ ਹੋਰ ਦੇਣਾ ਪਵੇ। ਡਾਕਟਰ ਸਿਰਿੰਜ ਨੂੰ ਸੰਭਾਲਦਾ ਬੋਲਿਆ, ਅਟੈਕ ਬੜੀ ਸਖਤ ਕਿਸਮ ਦਾ ਹੈ। ਤਾਂ ਕੁੜੀ ਨੇ ਘਬਰਾ ਕੇ ਪੁੱਛਿਆ, ਇੰਨਾ ਚਿਰ ਤੁਹਾਨੂੰ? ਕੋਈ ਗੱਲ ਨਹੀਂ, ਡਾਕਟਰ ਨੇ ਉਦਾਰਤਾ ਨਾਲ ਕਿਹਾ, ਮੈਂ ਇੱਥੇ ਬੈਠ ਕੇ ਉਡੀਕਾਂਗਾ। ਪਰ ਜੀ ਤੁਹਾਨੂੰ ਬੜੀ ਤਕਲੀਫ ਹੋਏਗੀ, ਅੱਗੇ ਹੀ ਮੈਂ ਸ਼ਰਮਿੰਦੀ ਹਾਂ ਤੁਹਾਨੂੰ ਕਵੇਲੇ। ਡਾਕਟਰ ਨੇ ਹੋਰ ਖੁੱਲ੍ਹਦਿਲੀ ਨਾਲ ਉਹਦੀ ਗੱਲ ਟੋਕੀ। ਇਹ ਤਾਂ ਇੱਕ ਡਾਕਟਰ ਦਾ ਫਰਜ਼ ਹੀ ਹੈ। ਇਸੇ ਟੀਕੇ ਦੇ ਅਸਰ ਨਾਲ ਲੜਕਾ ਜ਼ਰਾ ਟਿਕ ਜਾਏਗਾ। ਅੱਧੇ ਪੌਣੇ ਘੰਟੇ ਤੱਕ ਉਹਦੇ ਜਬਾੜੇ ਖੁੱਲ੍ਹ ਗਏ ਤਾਂ ਬਿਹਤਰ, ਨਹੀਂ ਤਾਂ ਦੂਜਾ ਟੀਕਾ ਲਾ ਦਿਆਂਗਾ। ਪਰ ਇੰਨਾ ਹੋਰ ਦੱਸਦੇ ਹਾਂ ਕਿ ਇਸ ਬਿਮਾਰੀ ਨੂੰ ਮਾਮੂਲੀ ਨਾ ਸਮਝਣਾ। 24 ਘੰਟਿਆਂ ਦੇ ਅੰਦਰ ਅੰਦਰ ਇਹਨੂੰ ਘੱਟੋ ਘੱਟ 6 ਟੀਕੇ ਲਾਉਣੇ ਪੈਣਗੇ। ਫਿਰ ਵੀ ਕਿਹਾ ਨਹੀਂ ਜਾ ਸਕਦਾ ਵੀ ਕਿੰਨੀ ਕੁ ਕਾਮਯਾਬੀ ਹੋਵੇ। 6 ਟੀਕੇ? ਕੁੜੀ ਨੇ ਘਬਰਾ ਕੇ ਪੁੱਛਿਆ। ਹਾਂ, ਡਾਕਟਰ ਬੋਲਿਆ, ਪਰ ਇਹਦਾ ਫਿਕਰ ਨਾ ਕਰੋ, ਸਾਰਾ ਇੰਤਜ਼ਾਮ ਹੋ ਜਾਏਗਾ। ਕੁੜੀ ਨੇ ਚਿੰਤਾਤੁਰ ਭਾਵ 'ਚ ਹੇਠਲਾ ਹੋਠ ਦੰਦਾਂ ਹੇਠ ਲੈ ਕੇ ਤੇ ਅੱਖਾਂ ਮੀਟ ਕੇ ਝਟ ਕੁਝ ਸੋਚਿਆ, ਫਿਰ ਪੁੱਛਣ ਲੱਗੀ, ਕਿੰਨਾ ਕੁ ਖਰਚਾ ਆਏਗਾ ਟੀਕਿਆਂ 'ਤੇ ਡਾਕਟਰ ਜੀ? ਸਾਰਾ ਕੋਰਸ ਕੋਈ 30-35 ਦਾ ਆਉਂਦਾ ਹੈ। ਪਰ ਮੇਰੇ ਕੋਲ ਤਾਂ। ਘਬਰਾਹਟ ਨੂੰ ਲੁਕਾਉਣ ਦਾ ਬੇਅਰਥ ਯਤਨ ਕਰਦੀ ਹੋਈ ਉਹ ਆਪਣੇ ਸੱਜੇ ਖੱਬੇ ਝਾਕਣ ਲੱਗੀ। ਇਹਦਾ ਫਿਕਰ ਨਾ ਕਰੋ। ਡਾਕਟਰ ਆਨੰਦ ਦੇ ਅੰਦਰ ਜਿਵੇਂ ਹਮਦਰਦੀ ਦਾ ਕੋਈ ਸਰੋਤ ਫੁੱਟ ਰਿਹਾ ਸੀ। ਸਭ ਕੁਝ ਹੋ ਜਾਏਗਾ। ਤੁਸੀਂ ਰਿਫਿਊਜੀ ਹੋ ਸ਼ਾਇਦ? ਜੀ ਹਾਂ, ਕੁੜੀ ਨੇ ਤਸੱਲੀ ਦਾ ਸਾਹ ਲੈਂਦਿਆਂ ਕਿਹਾ। ਕਿਹੜੇ ਜ਼ਿਲ੍ਹੇ 'ਚੋਂ ਆਏ ਹੋ? ਸਰਗੋਧੇ 'ਚੋਂ ਜੀ। ਰਿਫਿਊਜੀ ਕਾਰਡ ਬਣਾਇਆ ਹੋਇਆ? ਮੇਰੇ ਪੁੱਛਣ ਦਾ ਮਤਲਬ ਇਹ ਹੈ ਕਿ ਜੇ ਤੁਹਾਡਾ ਨਾਂ ਕੈਂਪ ਦੇ ਰਿਫਿਊਜ਼ੀਆਂ ਦੀ ਲਿਸਟ 'ਚ ਹੋਵੇ ਤਾਂ ਟੀਕਿਆਂ ਵਗੈਰਾ ਦਾ ਖਰਚ ਤੁਹਾਨੂੰ ਸਰਕਾਰੀ ਫੰਡ 'ਚੋਂ ਦਿੱਤਾ ਜਾ ਸਕਦਾ ਹੈ। ਜੀ, ਮੇਰਾ ਨਾਂ ਦਰਜ ਸੀ, ਪਰ ਮੈਂ ਕਟਵਾਤਾ। ਕਿਉਂ? ਮੈਂ ਇੱਥੇ ਆਉਂਦੀ ਇੱਕ ਕੰਨਿਆ ਸਕੂਲ 'ਚ ਨੌਕਰੀ ਲੱਭ ਲਈ ਸੀ। ਫਿਰ ਵੀ ਆਪਣਾ ਨਾਂ ਕਟਾਉਣ ਦੀ ਤਾਂ ਤੁਹਾਨੂੰ ਲੋੜ ਨਹੀਂ ਸੀ। ਵੱਧ ਤੋਂ ਵੱਧ ਇਹੋ ਕਾਫੀ ਸੀ ਕਿ ਤੁਸੀਂ ਫ੍ਰੀ ਰਾਸ਼ਨ ਨਾ ਲੈਂਦੇ। ਮੈਂ ਡਾਕਟਰ ਜੀ ਰਾਸ਼ਨ ਤਾਂ ਸ਼ੁਰੂ 'ਚ ਹੀ ਨਹੀਂ ਲਿਆ। ਕਿਉਂ? ਕੁਝ ਗੈਰਤ ਜਿਹੀ ਮਹਿਸੂਸ ਹੁੰਦੀ ਸੀ। ਭਾਵੇਂ ਮੇਰੇ ਕੋਲ ਕੁਝ ਵੀ ਨਹੀਂ ਰਿਹਾ, ਨਾ ਕੋਈ ਘਰ ਦਾ ਜੀਅ ਬਚਿਆ, ਫਿਰ ਵੀ ਮੈਂ ਇੰਨਾ ਤਾਂ ਕਹਿ ਸਕਦੀ ਹਾਂ ਕਿ ਮੈਂ ਚੰਗੇ ਖਾਂਦੇ ਪੀਂਦੇ ਮਾਪਿਆਂ ਦੀ ਔਲਾਦ ਹਾਂ। ਗੱਲ ਕਰਦਿਆਂ ਕੁੜੀ ਦੇ ਹੋਠਾਂ 'ਚੋਂ ਇੱਕ ਦਬਵਾਂ ਜਿਹਾ ਹੌਕਾ ਨਿਕਲ ਗਿਆ ਤੇ ਅੱਖਾਂ 'ਚ ਨਮੀ ਲਿਸ਼ਕ ਆਈ। ਮੁੰਡਾ ਇਸ ਵੇਲੇ ਟਿਕ ਗਿਆ ਸੀ। ਡਾਕਟਰ ਬੋਲਿਆ, ਇਹਨੂੰ ਆਰਾਮ ਨਾਲ ਪਿਆ ਰਹਿਣ ਦਿਓ। ਫਿਰ ਉਹ ਦੋਵੇਂ ਉੱਥੋਂ ਉੱਠ ਕੇ ਬਾਹਰ ਬਰਾਂਡੇ 'ਚ ਆ ਗਏ, ਜਿੱਥੇ ਫਰਸ਼ 'ਤੇ ਇੱਕ ਚਟਾਈ ਵਿਛੀ ਸੀ। ਡਾਕਟਰ ਬਿਨਾਂ ਖਿਆਲ ਕੀਤਿਆਂ ਵੀ ਉਹਦੀ ਪੈਂਟ ਨੂੰ ਵੱਟ ਪੈ ਜਾਣਗੇ, ਉਸ 'ਤੇ ਇੱਕ ਸਿਰੇ 'ਤੇ ਬੈਠ ਗਿਆ। ਕੁੜੀ ਉੱਤੇ ਉਹਨੇ ਸਵਾਲ ਕੀਤਾ, ਤੁਸੀਂ ਇਸ ਘਰ 'ਚ ਕਿੰਨੇ ਕੁ ਜੀਅ ਰਹਿੰਦੇ ਹੋ? ਜੀ, ਅਸੀਂ ਦੋਵੇਂ ਭੈਣ ਭਰਾ ਬਸ। ਤੇ ਤੁਹਾਡੇ ਹੋਰ ਰਿਸ਼ਤੇਦਾਰ? ਕੋਈ ਵੀ ਨਹੀਂ ਬਚਿਆ ਜੀ। ਕਹਿੰਦਿਆਂ ਕੁੜੀ ਦੇ ਹੋਠਾਂ 'ਚੋਂ ਫਿਰ ਇੱਕ ਹੌਕਾ ਨਿਕਲ ਗਿਆ। ਡਾਕਟਰ ਦੇ ਅੰਦਰੋਂ ਵੀ ਆਹ ਨਿਕਲੀ। ਉਹਨੇ ਫਿਰ ਪੁੱਛਿਆ, ਤੁਹਾਡਾ ਨਾਂ? ਜੀ, ਪੁੰਨਿਆ। ਕਿੰਨਾ ਕੁ ਚਿਰ ਹੋਇਆ ਜੀ ਪਾਕਿਸਤਾਨ ਤੋਂ ਆਇਆ? 2 ਕੁ ਹਫ਼ਤੇ ਜੀ। ਪਰ ਤੁਹਾਡੇ ਜ਼ਿਲ੍ਹੇ ਦੇ ਰਹਿਣ ਵਾਲੇ ਤਾਂ ਕਾਫੀ ਚਿਰ ਤੋਂ ਆ ਚੁੱਕੇ ਹੋਏ ਨੇ। ਮੈਨੂੰ ਅਗਵਾ ਕਰ ਲਿਆ ਗਿਆ ਸੀ ਡਾਕਟਰ ਜੀ। ਓਹੋ, ਕਹਿ ਕੇ ਡਾਕਟਰ ਚੁੱਪ ਕਰ ਗਿਆ। ਹੋਰ ਪੁੱਛ-ਗਿੱਛ ਕਰਨੀ ਮੁਨਾਸਬ ਨਾ ਸਮਝ ਕੇ ਗੱਲਾਂ ਦਾ ਰੁੱਖ ਹੋਰ ਪਾਸੇ ਪਰਤਣ ਦੇ ਇਰਾਦੇ ਨਾਲ ਉਸ ਪੁੱਛਿਆ, ਤੁਹਾਡੇ ਭਰਾ ਦਾ ਕੀ ਨਾਂ ਹੈ? ਜੀ, ਪਰਮਾਨੰਦ। ਹਸਪਤਾਲ 'ਚ ਤੁਸੀਂ ਨਰਸਿੰਗ ਦਾ ਕੰਮ ਸਿੱਖਣ ਜਾਂਦੇ ਹੁੰਦੇ ਜੀ? ਅਤੇ ਮੈਂ ਤੁਹਾਨੂੰ ਵੇਖਿਆ ਸੀ ਉੱਥੇ। ਜੀ, ਮੈਂ ਉਸ ਦਿਨ ਤੁਹਾਨੂੰ ਦੱਸਿਆ ਸੀ ਕਿ ਪੜ੍ਹਾਈ ਦੇ ਪਿੱਛੋਂ ਮੈਂ ਫਸਟ ਏਡ ਦੇ ਕੁਝ ਲੈਸਨ ਲਏ ਸਨ। ਮਾੜਾ ਮੋਟਾ ਨਰਸਿੰਗ ਦਾ ਕੰਮ ਵੀ ਜਾਣਦੀ ਹਾਂ। ਮੇਰੀ ਸ਼ੁਰੂ ਤੋਂ ਹੀ ਇਸ ਕੰਮ 'ਚ ਦਿਲਚਸਪੀ ਰਹੀ ਹੈ। ਖਿਆਲ ਸੀ ਕਿ FSC ਕਰਨ ਤੋਂ ਬਾਅਦ ਮੈਡੀਕਲ ਦਾ ਕੋਰਸ ਕਰ ਲਾਂਗੀ, ਪਰ 10ਵੀਂ ਕਰਕੇ ਕਾਲਜ ਜੁਆਇਨ ਕਰਨ ਦੀ ਤਿਆਰੀ ਵੀ ਕਰਦੀ ਸਾਂ ਕਿ ਫਸਾਦ ਸ਼ੁਰੂ ਹੋ ਗਏ। ਮੈਂ ਪਰਮੇ ਦੀ ਮੱਲਮ ਪੱਟੀ ਕਰਨ ਖਾਤਰ ਹੀ ਕੁਝ ਮਾੜੀ ਮੋਟੀ ਵਾਕਫੀਅਤ ਹਾਸਲ ਕਰਨ ਦੇ ਖਿਆਲ ਨਾਲ ਕਦੇ ਕਦਾਈਂ ਕਿਸੇ ਹਸਪਤਾਲ 'ਚ ਚਲੀ ਜਾਇਆ ਕਰਦੀ ਹਾਂ। ਕੁੜੀ ਦੇ ਸੁਘੜ ਤੇ ਸੁਚੱਜੇ ਬੋਲਣ ਢੰਗ, ਉਹਦੀ ਬੁਲੰਦ ਖਿਆਲੀ ਦੇ ਅਸਰਾਂ ਨੇ ਡਾਕਟਰ ਦੇ ਮਨ ਨੂੰ, ਜਿਹੜਾ ਅੱਗੇ ਹੀ ਇਸ ਵੱਲ ਖਿੱਚਿਆ ਹੋਇਆ ਸੀ, ਹੋਰ ਖਿੱਚ ਪਾਉਣੀ ਸ਼ੁਰੂ ਕਰ ਦਿੱਤੀ। ਧੰਨਵਾਦ। ਚੱਲਦਾ।